मालकां दी जय मालकां दी। ਅੱਜ ਐਸੀ ਖੁਸ਼ੀ ਦੇ ਹੀ ਕੁਝ ਰਾਜ ਸਮਝਣੇ ਹੈ। ਖੁਸ਼ੀ ਦੇ ਵੀ ਕੁਝ ਰਾਜ ਹੁੰਦੇ ਹੈ, ਜਿੱਦਾਂ ਕਹਿੰਦੇ ਨਾ ਸੀਕ੍ਰੇਟ ਆਫ ਹੈਪੀਨੈਸ। ਖੁਸ਼ੀਆਂ ਨੂੰ ਪਾਉਣ ਦਾ ਸੀਕ੍ਰੇਟ, ਉਹ ਰਾਜ ਕੀ ਹੈ, ਉਹ ਤਰੀਕਾ ਕੀ ਹੈ, ਉਹ ਕਿਹੜਾ ਮਾਰਗ ਹੈ ਜਿਸ ਮਾਰਗ ਤੇ ਚੱਲ ਕੇ ਸਾਡਾ ਜੀਵਨ ਆਨੰਦ ਨਾਲ, ਖੁਸ਼ੀਆਂ ਨਾਲ, ਸ਼ਾਂਤੀ ਨਾਲ ਭਰਪੂਰ ਹੋ ਸਕਦਾ ਹੈ। ਕਿਉਂ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਕਿਉਂ ਪ੍ਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ? ਜ਼ਰਾ ਸੋਚੋ, ਆਪਣੇ ਅੰਦਰ ਵਿਚਾਰ ਕਰਨਾ ਹੈ ਕਿ ਪ੍ਰਮਾਤਮਾ ਸਾਨੂੰ ਇਸ ਲਈ ਜੀਵਨ ਦਿੰਦਾ ਹੈ ਕਿ ਅਸੀਂ ਰੋਂਦੇ ਰਹੀਏ, ਹਾਏ ਹਾਏ ਕਰਦੇ ਰਹੀਏ, ਦੁਖੀ ਰਹੀਏ, ਪਰੇਸ਼ਾਨ ਰਹੀਏ, ਜਾਂ ਉਹ ਪ੍ਰਮਾਤਮਾ ਇਸ ਲਈ ਸਾਨੂੰ ਪੈਦਾ ਕਰਦਾ ਕਿ ਅਸੀਂ ਇਹ ਜੀਵਨ 'ਚ ਆਨੰਦ ਨੂੰ ਜਾਣੀਏ, ਆਨੰਦ ਨੂੰ ਪਹਿਚਾਣੀਏ, ਹਸੀ ਨੂੰ ਜਾਣੀਏ, ਮੁਸਕਰਾਹਟ ਨੂੰ ਜਾਣੀਏ ਔਰ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਲਈਏ, ਖੁਸ਼ੀਆਂ ਨਾਲ ਭਰਪੂਰ ਕਰ ਲਈਏ। ਜ਼ਰਾ ਇੱਕ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਕਿ ਜਿਹੜੇ ਮਾਤਾ ਪਿਤਾ ਦੇ ਬੱਚੇ ਹੈ, ਯਾਨੀ ਜਿਨ੍ਹਾਂ ਦੀ ਗੋਦ ਦੇ ਵਿੱਚ ਚਾਹੇ ਬੱਚਾ 6 ਮਹੀਨੇ ਦਾ ਹੈ ਚਾਹੇ 6 ਸਾਲ ਦਾ ਹੈ, ਉਹ ਪੁੱਛ ਕੇ ਦੇਖਣ ਕਿ ਉਹਨਾਂ ਦੀ ਇਹ ਭਾਵਨਾ ਹੁੰਦੀ ਹੈ ਕਿ ਮੇਰਾ ਬੱਚਾ ਸਦਾ ਦੁਖੀ ਰਵੇ, ਰੋਂਦਾ ਰਵੇ, ਹਾਏ ਹਾਏ ਕਰਦਾ ਰਵੇ, ਜਾਂ ਉਹ ਚਾਹੁੰਦੇ ਆ ਮੇਰਾ ਬੱਚਾ ਖੁਸ਼ ਰਵੇ, ਆਨੰਦਿਤ ਰਵੇ, ਜ਼ਿੰਦਗੀ 'ਚ ਕਾਮਯਾਬ ਹੋਵੇ, ਸਫਲ ਹੋਵੇ, ਇਹਦੇ ਚਿਹਰੇ ਤੇ ਹਰ ਵੇਲੇ ਮੁਸਕਰਾਹਟ ਹੋਵੇ। ਕੀ ਹੁੰਦੀ ਹੈ ਇੱਛਾ ਮਾਤਾ ਪਿਤਾ ਦੀ? ਜਵਾਬ ਦਿਓ ਸਾਨੂੰ, ਜਵਾਬ ਦਿਓ। ਹਾਂ, ਥੋੜਾ ਨਾਲ ਨਾਲ ਜਵਾਬ ਵੀ ਦੇਣਾ ਹੈ, ਠੀਕ ਹੈ? ਕਿਉਂਕਿ ਅੰਮ੍ਰਿਤ ਵੇਲੇ ਤੋਂ ਤੁਸੀਂ ਲੱਗੇ ਹੋ ਮਾਲਕ ਦਾ ਗੁਣਗਾਨ ਕਰਨ, ਕਿਤੇ ਝੋਕਾ ਨਾ ਆਉਣ ਤੁਹਾਨੂੰ। ਨੀਂਦ ਤਾਂ ਨਹੀਂ ਆਉਂਦੀ ਕਿਸੇ ਨੂੰ? ਕੋਈ ਨਹੀਂ ਜਾਂਦੀ ਵੀ ਇਹ ਤਾਂ ਉਡਾ ਦੇਣੀ ਹੈ ਅਸੀਂ, ਕਿਉਂਕਿ ਨੀਂਦਾਂ ਨੂੰ ਉਡਾਉਣ ਵਾਸਤੇ ਤਾਂ ਆਏ ਹਾਂ ਅਸੀਂ, ਸੁੱਤਿਆਂ ਨੂੰ ਜਗਾਉਣ ਵਾਸਤੇ ਹੀ ਤਾਂ। ਬੰਦ ਅੱਖਾਂ ਨੂੰ ਖੋਲ੍ਹਣਾ ਹੀ ਤਾਂ ਅਸੀਂ ਆਏ ਹਾਂ, ਸੁੱਤਿਆਂ ਨੂੰ ਜਗਾਉਣ ਹੀ ਤਾਂ ਆਏ ਹਾਂ। ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਹੜਾ ਗਹਿਰੀ ਨੀਂਦ 'ਚ ਜਿੰਨਾ ਜ਼ਿਆਦਾ ਸੁੱਤਾ ਹੋਵੇ ਨਾ, ਉਹਨੂੰ ਝੰਜੋੜਨਾ ਵੀ ਉਨਾ ਹੀ ਪੈਂਦਾ, ਝੰਜੋੜਾ ਵੀ ਉਨਾ ਹੀ ਜ਼ੋਰ ਨਾਲ ਦੇਣਾ ਪੈਂਦਾ। ਉੱਠ ਤਾਂ ਫਿਰ ਬੰਦੇ ਨੂੰ ਜਾਗ ਆਉਂਦੀ ਹੈ। ਇਸ ਲਈ ਕਈ ਵਾਰ ਜੀਵ ਸਾਨੂੰ ਕਹਿੰਦੇ ਕਿ ਮਾਲਕੋ ਤੁਸੀਂ ਸਤਸੰਗ ਬੜੇ ਜੋਸ਼ ਨਾਲ ਕਰਦੇ ਹੋ। ਅਸੀਂ ਕਿਹਾ ਕੀ ਕਰੀਏ, ਜੇ ਤੁਸੀਂ ਪਿਆਰ ਨਾਲ ਜਾਗਦੇ ਹੋ ਤਾਂ ਸਾਨੂੰ ਜੋਸ਼ ਵਰਤਣ ਦੀ ਕੀ ਜ਼ਰੂਰਤ ਹੈ? ਤੁਸੀਂ ਜਾਗਦੇ ਹੀ ਨਹੀਂ। ਇੰਨੀਆਂ ਆਵਾਜ਼ਾਂ ਅਸੀਂ ਦਿੰਦੇ ਹਾਂ, ਇੰਨਾ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਤੁਹਾਡੀ ਅੱਖ ਨਹੀਂ ਖੋਲਦੀ। ਤਾਂ ਜੇ ਅਸੀਂ ਸੁਸ ਬੋਲੀਏ ਔਰ ਠੀਕ ਹੋ ਤੁਸੀਂ, ਪਰਮਾਤਮਾ ਦੀ ਬੰਦਗੀ ਕਰਿਆ, ਰੱਬ ਦਾ ਨਾਮ ਸਭ ਤੋਂ ਉੱਤਮ ਹੈ। ਜਿਹੜਾ ਉਸ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹਨੂੰ ਜ਼ਿੰਦਗੀ 'ਚ ਮੋਕਸ਼ ਮਿਲ ਜਾਂਦਾ ਹੈ। ਜਿਹਨੂੰ ਨਹੀਂ ਵੀ ਨੀਂਦ ਆਉਂਦੀ ਉਹਨੂੰ ਵੀ ਨੀਂਦ ਆ ਜਾਣੀ। ਇਸ ਲਈ ਜਗਾਉਣਾ ਪੈਂਦਾ ਹੈ ਇਨਸਾਨ ਨੂੰ, ਕਿਉਂਕਿ ਅੱਜ ਜ਼ਰੂਰਤ ਹੈ ਜਾਗਣ ਦੀ। ਅੱਜ ਸਮਾਂ ਨਹੀਂ ਹੈ ਇਨਸਾਨ ਦੇ ਕੋਲ, ਇੰਨਾ ਸਮਾਂ ਨਹੀਂ ਹੈ ਕਿ ਕੋਈ ਨਹੀਂ ਅੱਜ ਮੈਂ ਰੈਸਟ ਕਰ ਲੈਂਦਾ ਤਾਂ ਕੱਲ ਨੂੰ ਮੰਜ਼ਿਲ ਨੂੰ ਪਾ ਲਵਾਂਗੇ। ਯਾਦ ਰੱਖੋ, ਜੀਵਨ 'ਚ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਗੱਲ ਯਾਦ ਰੱਖੋ ਕਿ ਸਾਡੇ ਕੋਲ ਟਾਈਮ ਬਹੁਤ ਥੋੜਾ ਹੈ ਤਾਂ ਮੰਜ਼ਿਲ ਬਹੁਤ ਬੜੀ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਇਨਸਾਨ ਨੂੰ ਪਹਿਲੀ ਗੱਲ ਇਹ ਆਪਣੇ ਦਿਲੋਂ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਹੈ ਕਿ ਪ੍ਰਮਾਤਮਾ ਬੇਅੰਤ ਹੈ, ਬਹੁਤ ਬੜੀ ਮੰਜ਼ਿਲ ਹੈ ਉਹ। ਔਰ ਜੇ ਮੇਰੀ ਮੰਜ਼ਿਲ ਪ੍ਰਮਾਤਮਾ ਨੂੰ ਪਾਣਾ ਹੈ, ਪਰਮਾਨੰਦ ਨੂੰ ਪਾਣਾ ਹੈ, ਤਾਂ ਉੱਥੇ ਮੈਂ ਸੁਸਤ ਹੋ ਕੇ, ਢਿੱਲਾ ਹੋ ਕੇ, ਆਲਸ ਕਰਕੇ ਕਦੀ ਮੈਂ ਆਪਣੀ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਕਿਉਂਕਿ ਇਸੇ ਲਈ ਤਾਂ ਤੁਸੀਂ ਸੰਤਾਂ, ਗੁਰੂਆਂ, ਰਹਿਬਰਾਂ ਦੀ ਬਾਣੀ ਵੀ ਸੁਣੋ, ਸਾਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਬੀਰ ਸੁੱਤਾ ਕਿਆ ਕਰੇ, ਉੱਠਣਾ ਭਜੇ ਮੁਰਾਦ। ਉਹ ਵੀ ਕਹਿੰਦੇ ਕੀ ਕਰ ਰਹੇ ਆ, ਇਹ ਸੁਸਤੀ, ਇਹ ਨੀਂਦ, ਇਹ ਆਲਸ, ਇਹ ਸੋਣਾ ਕੀ ਕਰ ਰਹੇ ਆ ਤੂੰ? ਉੱਠ ਫਰੀਦਾ ਸੁੱਤਿਆ। ਜਰਾ ਗੌਰ ਕਰਨਾ, ਬਾਬਾ ਫਰੀਦ ਵੀ ਇਹੀ ਕਹਿੰਦੇ, ਉੱਠ ਜਾਗ, ਕਿਉਂਕਿ ਤੇਰੀ ਮੰਜ਼ਿਲ ਬਹੁਤ ਬੜੀ ਹੈ। ਔਰ ਜਦੋਂ ਬੜੀ ਚੀਜ਼ ਨੂੰ ਪਾਣਾ ਹੋਵੇ, ਤਾਂ ਜਦੋਂ ਸੁਪਨਾ ਬੜਾ ਹੋਵੇ ਤਾਂ ਫਿਰ ਨੀਂਦ ਨੂੰ ਘਟਾਉਣਾ ਪੈਂਦਾ ਹੈ, ਆਲਸ ਨੂੰ ਤਿਆਗਣਾ ਪੈਂਦਾ ਹੈ। ਜਿਨ੍ਹਾਂ ਦੇ ਸੁਪਨੇ ਛੋਟੇ ਛੋਟੇ ਹੁੰਦੇ ਆ, ਹੁਣ ਫਰਜ਼ ਕਰੋ ਇੱਕ ਬੰਦੇ ਨੇ ਆ ਸਿਕਰੀ ਤੱਕ ਜਾਣਾ ਹੈ, ਉਹ ਕੋਈ ਨਹੀਂ ਚਲੇ ਜਾਵਾਂਗੇ, ਅੱਧਾ ਘੰਟਾ ਲੇਟ ਚਲੇ ਜਾਵਾਂਗੇ, ਘੰਟਾ ਬਾਅਦ ਚਲੇ ਜਾਵਾਂਗੇ, ਕੋਈ ਮੰਜ਼ਿਲ ਬੜੀ ਨੇੜੇ ਹੈ। ਤਾਂ ਜਦੋਂ ਬੰਦੇ ਨੂੰ ਪਤਾ ਹੈ ਦਿੱਲੀ ਜਾਣਾ ਹੈ ਤਾਂ ਫਿਰ ਬੰਦਾ ਥੋੜਾ ਟਾਈਮ ਨਾਲ ਨਿਕਲਦਾ ਹੈ, ਤੜਕੇ 3 ਵਜੇ ਨਿਕਲਦਾ, 4 ਵਜੇ ਨਿਕਲਦਾ। ਤਾਂ ਜਦੋਂ ਪਤਾ ਹੈ ਮੈਂ ਕਿਤੇ ਬਾਹਰਲੀ ਕੰਟਰੀ ਜਾਣਾ ਤਾਂ ਸਾਰੀ ਰਾਤ ਸੌਂਦਾ ਹੀ ਨਹੀਂ ਬੰਦਾ, ਆਪਣੀ ਪੈਕਿੰਗ ਕਰਨ 'ਚ ਲੱਗਾ ਰਹਿੰਦਾ ਹੈ, ਕਿਉਂਕਿ ਪਤਾ ਹੈ ਜੇ ਹੁਣ ਸੌ ਗਏ ਤਾਂ ਫਲਾਈਟ ਮਿਸ ਹੋ ਜਾਣੀ ਹੈ। ਔਰ ਇਹ ਜ਼ਿੰਦਗੀ ਦੀ ਫਲਾਈਟ ਦਾ ਕੋਈ ਪਤਾ ਨਹੀਂ ਹੈ, ਇਹ ਕਦੋਂ ਮਿਸ ਹੋ ਜਾਵੇ, ਯਾਨੀ ਕਦੋਂ ਮੌਕਾ ਹੱਥੋਂ ਨਿਕਲ ਜਾਵੇ। ਇਸ ਤੋਂ ਪਹਿਲਾਂ
ਕਿ ਸਵਾਸਾਂ ਦੀ ਡੋਰ ਟੁੱਟ ਜਾਵੇ, ਕੁਝ ਐਸਾ ਕਰ ਲਈਏ ਕਿ ਸਾਨੂੰ ਆਪਣੀ ਉਹ ਆਨੰਦ ਦੀ, ਉਹ ਖੁਸ਼ੀਆਂ ਦੀ ਉਹ ਮੰਜ਼ਿਲ ਮਿਲ ਜਾਵੇ ਜਿਹਦੇ ਬਾਰੇ ਗੁਰੂ ਰਹਿਬਰ ਕਹਿੰਦੇ ਹੈ ਜਾਂ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਹੈ, ਫਰਮਾਨ ਕਰਦੇ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ तुम्हारे लेखे। ਹੁਣ ਜਨਮ ਨੂੰ ਲੇਖੇ ਲਾਣਾ ਹੈ ਤਾਂ ਫਿਰ ਉਹ ਬੰਦਾ ਕੀ ਲੇਖੇ ਲਾਏਗਾ ਜਿਹੜਾ ਹਰ ਵੇਲੇ ਸੁਸਤੀ ਪਾਈ ਰੱਖਦਾ ਹੈ, ਜਿਹੜਾ ਹਰ ਵੇਲੇ ਨੀਂਦ ਨੂੰ ਪਿਆਰਾ ਸਮਝ ਕੇ ਸੌਣ ਵੱਲ ਹੀ ਧਿਆਨ ਦਿੰਦਾ ਹੈ। ਜਿਹਨੂੰ ਮੰਜ਼ਿਲ ਦੀ ਫਿਕਰ ਹੁੰਦੀ ਹੈ ਉਹ ਸਿਮਰਨ ਵੱਲ ਧਿਆਨ ਦਿੰਦਾ ਹੈ, ਮਿਹਨਤ ਵੱਲ ਧਿਆਨ ਦਿੰਦਾ ਹੈ। ਉਹ ਇਹ ਸੋਚਦਾ ਹੈ ਕਿ ਮੈਂ ਐਸਾ ਕੀ ਕਰ ਸਕਦਾ ਹਾਂ ਕਿ ਮੈਨੂੰ ਮੇਰੀ ਮੰਜ਼ਿਲ ਜਲਦੀ ਤੋਂ ਜਲਦੀ ਮਿਲ ਜਾਵੇ, ਕਿਉਂਕਿ ਹਰ ਵੇਲੇ ਉਹਦੇ ਅੰਦਰ ਇਹੀ ਚੱਲਦਾ ਰਹਿੰਦਾ ਹੈ ਕਿ ਮੈਂ ਕਰਮ कैसा ਕਰਾਂ, ਮੈਂ ਕੰਮ ਕੀ ਕਰਾਂ, ਮੈਂ ਬੋਲਾਂ ਕਿਸ ਤਰ੍ਹਾਂ, ਮੈਂ ਦੇਖਾਂ ਕਿਸ ਤਰ੍ਹਾਂ, ਮੈਂ ਖਾਵਾਂ ਕੀ, ਮੈਂ ਪੀਵਾਂ ਕੀ, ਮੈਂ ਉਹ ਕਿਹੜਾ ਕੰਮ ਕਰ ਲਵਾਂ ਕਿ ਮੇਰਾ ਰੱਬ ਮੇਰੇ ਤੋਂ ਖੁਸ਼ ਹੋ ਜਾਵੇ, ਤਾਂ ਕਿ ਜਿਹੜਾ ਉਹਨੇ ਕਈ ਜਨਮਾਂ ਬਾਅਦ ਮਿਲਣਾ ਹੈ ਉਹ ਮੈਨੂੰ ਇਸੇ ਜਨਮ 'ਚ ਮਿਲ ਜਾਵੇ। ਉਹਦੀ ਤਾਂ ਹਰ ਵੇਲੇ ਕੋਸ਼ਿਸ਼ ਹੁੰਦੀ ਹੈ। ਇਸ ਲਈ ਇਹ ਟਾਈਮ ਹੈ ਇਹ ਜਾਣਨ ਦਾ, ਇਹ ਸਮਝਣ ਦਾ ਕਿ ਜੇ ਸਾਡੇ ਪ੍ਰਭੂ ਨੇ, ਸਾਡੇ ਮਾਲਿਕ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤੇ ਇਸ ਲਈ ਨਹੀਂ ਦਿੱਤਾ, ਇੱਕ ਵਾਰ ਫਿਰ ਦੁਹਰਾਵਾਂਗੇ ਕਿ ਇਸ ਲਈ ਨਹੀਂ ਜੀਵਨ ਦਿੱਤਾ ਕਿ ਅਸੀਂ ਹਾਏ ਹਾਏ ਕਰਦੇ ਰਹੀਏ, ਹਰ ਵੇਲੇ ਰੋਂਦੇ ਰਹੀਏ, ਹਰ ਵੇਲੇ ਦੁਖੀ, ਉਦਾਸ, ਚਿੰਤਿਤ ਰਹੀਏ। ਕਿਉਂਕਿ ਕੋਈ ਪਿਤਾ ਕਦੀ ਬੱਚੇ ਨੂੰ ਇਸ ਲਈ ਪੈਦਾ ਨਹੀਂ ਕਰਦਾ ਕਿ ਹਰ ਵੇਲੇ ਰੋਈ ਜਾਵੇ, ਹਰ ਵੇਲੇ ਦੁਖੀ ਰਵੇ, ਹਰ ਵੇਲੇ ਹਾਏ ਹਾਏ ਕਰੀ ਜਾਵੇ। ਹਰ ਪਿਤਾ ਇਹ ਚਾਹੁੰਦਾ ਹੈ ਕਿ ਜੇ ਮੈਂ ਇਸ ਬੱਚੇ ਨੂੰ ਪੈਦਾ ਕੀਤਾ, ਜਨਮ ਦਿੱਤਾ, ਤੇ ਇਹਦੇ ਜੀਵਨ 'ਚ ਆਨੰਦ, ਸ਼ਾਂਤੀ, ਸਕੂਨ, ਖੁਸ਼ੀ, ਮੁਸਕਰਾਹਟ, ਕਾਮਯਾਬੀ, ਸਫਲਤਾ ਸਭ ਕੁਝ ਹੋਵੇ, ਤਾਂ ਕਿ ਇਹਨੂੰ ਜੀਵਨ 'ਚ ਕੋਈ ਕਮੀ ਨਾ ਰਵੇ। ਸਮਝਦੇ ਹੋ ਕਿ ਨਹੀਂ? ਹੁਣ ਦੁਨਿਆਵੀ ਪਿਤਾ, ਦੁਨਿਆਵੀ ਬਾਪ ਦੀ ਜਿੰਨੀ ਕੁ ਤਾਕਤ ਹੁੰਦੀ ਹੈ, ਜਿੰਨੀ ਕੁ ਹੈਸੀਅਤ ਹੁੰਦੀ ਹੈ, ਉਹ ਉਸ ਹਿਸਾਬ ਨਾਲ ਕੋਸ਼ਿਸ਼ ਕਰਦਾ ਹੈ ਆਪਣੇ ਬੱਚੇ ਨੂੰ ਹਰ ਖੁਸ਼ੀ ਦੇਣ ਦੀ, ਆਪਣੇ ਬੱਚੇ ਦਾ ਹਰ ਦੁੱਖ ਦਰਦ ਦੂਰ ਕਰਨ ਦੀ। ਤਾਂ ਜ਼ਰਾ ਸੋਚੋ ਕਿ ਸਾਡਾ ਸਾਰਿਆਂ ਦਾ ਪਿਤਾ ਕੌਣ ਹੈ? ਸਾਡਾ ਸਾਰਿਆਂ ਨੂੰ ਜਨਮ ਦੇਣ ਵਾਲਾ ਇੱਕ ਪਿਤਾ, ਇੱਕੋ ਹੀ ਹੈ ਸਾਡਾ ਸਭ ਦਾ ਪਿਤਾ, ਇੱਕੋ ਹੀ ਦੀ ਅਸੀਂ ਸਾਰੇ ਬੱਚੇ ਆ। ਔਰ ਉਹ ਐਡਾ ਸਰਵ ਸ਼ਕਤੀਸ਼ਾਲੀ ਹੈ, ਉਹ ਸਾਨੂੰ ਰੋਂਦਾ, ਤੜਫਦਾ, ਚਿੰਤਿਤ, ਡਰਿਆ ਹੋਇਆ, ਅਸਫਲ ਨਹੀਂ ਦੇਖਣਾ ਚਾਹੁੰਦਾ। ਉਹ ਵੀ ਸਾਨੂੰ ਨਿਡਰ, ਸਾਹਸੀ, ਕਾਮਯਾਬ, ਸਫਲ, ਜੋਸ਼ ਨਾਲ, ਹਿੰਮਤ ਨਾਲ, ਹੌਸਲੇ ਨਾਲ, ਸਾਹਸ ਨਾਲ ਭਰਿਆ ਹੋਇਆ ਦੇਖਣਾ ਚਾਹੁੰਦਾ ਹੈ ਕਿ ਮੇਰਾ ਬੱਚਾ, ਜੇ ਮੈਂ ਸ਼ਕਤੀਸ਼ਾਲੀ ਹਾਂ, ਯਾਨੀ ਪਿਤਾ ਸੋਚਦਾ ਹੈ, ਕਹਿੰਦਾ ਹੈ ਜੇ ਮੈਂ ਸ਼ਕਤੀਸ਼ਾਲੀ ਹਾਂ ਤਾਂ ਇਹ ਮੇਰੀ ਅੰਸ਼ ਹੈ, ਇਹ ਮੇਰਾ ਬੱਚਾ ਹੈ, ਇਹ ਕਿੱਦਾਂ ਕਮਜ਼ੋਰ ਹੋ ਸਕਦਾ ਹੈ? ਇਸ ਲਈ ਬਸ ਉਸ ਸ਼ਕਤੀ ਨੂੰ, ਉਸ ਆਨੰਦ ਦੇ ਰਾਜ ਨੂੰ ਅਸੀਂ ਸਮਝਣਾ ਹੈ। ਇਸ ਲਈ ਦੱਸਿਆ ਕਿ ਖੁਸ਼ੀਆਂ ਨੂੰ ਕਿਸ ਤਰ੍ਹਾਂ ਅਸੀਂ ਹਾਸਲ ਕਰ ਸਕਦੇ ਹਾਂ ਔਰ ਆਪਣੇ ਜੀਵਨ ਚੋਂ ਦੁੱਖਾਂ ਨੂੰ ਕਿਸ ਤਰ੍ਹਾਂ ਵਿਦਾ ਕਰ ਸਕਦੇ ਹਾਂ, ਇਹ ਵੀ ਇੱਕ ਢੰਗ ਹੁੰਦਾ ਹੈ, ਇੱਕ ਤਰੀਕਾ ਹੁੰਦਾ, ਇੱਕ ਰਾਜ ਹੁੰਦਾ ਹੈ। ਜਿਹਦਾ ਇੱਕ ਸ਼ਬਦ ਅੰਦਰ ਆਇਆ ਨਾ ਕਿ ਕੰਦਲੀ ਸੀਪ ਭੁਜੰਗ ਮੁਖ, ਕੰਦਲੀ ਸੀਪ ਭੁਜੰਗ ਮੁਖ, एक स्वाति गुण तीन, जैसी संगत कीजिए तैसो ही फल दीन। जरा गौर करना कि एक बूंद हुंदी है, हुण आ बारिश हो रही है ना, अगर देखा जाए स्वाति दी बूंदा वरस रही है, समझते हो कि नहीं? इस करके ये बारिश का भी एक अपना आनंद है, ये बारिश का भी एक अपना लाभ है, ये बारिश का भी एक अपना फायदा है। क्योंकि जदों यही बरसात धरती ते हुंदी है तो थल्लियों तुसी देखते हो ना, धरती अंदरों पौधे निकलते हैं, फल निकलते हैं, फसल निकलती है, वो अनाज सानू जीवन दिंदा है। तो यही बारिश जदों समुंदर ते वरसदी है तो यही सीप अंदर मोती पैदा कर दिंदी है। इसदा मतलब कितनी कीमती है बारिश, जरा सोच के देखो। और यही बारिश अगर इंसान दे जीवन च ना, जिद्दां बंदा कहंदा है कि मैनू अंदर किसी नू गर्मी का रोग हुंदा है कि मेरे लीवर च गर्मी है या मेरे शरीर ते पित्त बड़ी है, पित्त समझदे हो ना कि छोटी छोटी फिंसियां होंदी, बड़ी खारिश हुंदी है। अगर यही बारिश विच इंसान इशनान करता है, बारिश दी बूंदां सीधियां साडे ब्रेन ते साडे सिर ते गिरदियां है, जिथे सहस्त्रार चक्कर है, या साडे जिस्म ते सीधियां बूंदां गिरदियां है, तो इंसान दी पित्त भी ठीक हो जाती है, यानी वो जिहड़ी खारिश दी बीमारी हुंदी वो भी ठीक हो जाती है। तो इंसान दे अंदर इत्थे बूंदा गिरन नाल लीवर दी गर्मी भी चक्की जाती है। किड्डे गुण है इस बारिश के अंदर, समझते हो कि नहीं? यानी कहने का मतलब परमात्मा ने जो पैदा किया है उसके पीछे कोई ना कोई राज है, बस उस राज को समझने की जरूरत है। कई बार
फायदे तो चीज़ों के बहुत होंगे है, पर साडी ना समझी करके, सानू समझना होने करके असीं उन्हां फायदियां दा फायदा उठा ही नहीं पाते, बल्कि उत्थे भी सोच लैके बैठे रहते माड़ा हो रहा है, बुरा हो रहा है, क्यों हो रहा है, काते हो रहा है। हालांकि पता नहीं कि वो कुदरत की बनाई हुई, वो रब की बनाई एक एक चीज इंसान वास्ते बहुत कीमती है, इंसान के जीवन वास्ते बहुत लाभदायक है। और इत्थे शब्द में दसिया है कि जिस तरह ये शब्द में बड़ा प्यारा आया है कि स्वाति वो पानी की बूंद इको ही हुंदी है, पर उस पानी की बूंद नूं जिद्दां दा अगे संग मिलदा है ना, समझदे हो कि नहीं। हुण तुसीं एक बर्तन च पानी लिया है, वो पानी तुसीं एक गमले दे विच गुलाब दा पौधा लाया है, दूजे गमले दे विच मिर्च दा पौधा लाया है, हरी मिर्च, तीसरे गमले दे विच तुसीं गन्ने दा पौधा लाया है, समझदे हो कि नहीं। हुण इको ही पानी जगदा तुसीं गुलाब नूं पाओगे जड़ां नूं, और वही पानी जगदा तुसीं मिर्च दीयां जड़ां च पाओगे, और चौथा पौधा निम दा भी ले लीजिए कि वही पानी निम दीयां जड़ां च भी पाओगे। हुण पानी इको ही है, पानी इको ही है, पर जदों गुलाब दी जड़ च जाएगा तो गुलाब दा फुल निकलेगा, उस चों महक होएगी। जदों मिर्च दी जड़ विच जाएगा तो वो मिर्च निकलेगी जिहड़ी कि बड़ी तिखी हुंदी है, और जदों गन्ने की जड़ में जाएगा वही पानी तो उत्थे शक्कर पैदा होएगी, यानी रस पैदा होएगी, मिठास पैदा होएगी। और जदों वही पानी निम की जड़ च जाएगा तो फिर उत्थों भी निकलेगा कड़वाहट, क्योंकि निम अंदर कड़वी हुंदी है। हुण पानी इको ही है, पानी इको ही है, पर जिद्दां दी उहनूं संगत मिलदी है उदां दी उहदी रंगत हो जाती है, उदां दा उहदा असर हो जाता है। जरा समझना सारिਆਂ ने। इसलिए इथों की पता लगता है कि परमात्मा प्रभु ये सानू शिक्षा दिंदा है, ज्ञान दिंदा है कि जदों मैं इंसान नू दुनिया ते भेजदा हां तां इंसान भी पानी की तरह हुंदा है। इसलिए तां विज्ञान भी कहता है कि 72% साडे बॉडी च की है, पानी। 72% पानी है साडे शरीर च। हुण ये पानी का अपना कोई रंग नहीं हुंदा, अपना कोई स्वाद नहीं हुंदा, पर ये पानी ने जिहदे नाल मिलना है ना उहदा स्वाद इहने अपने ते ले लेना है। दुध च पा दूंगे तो दुध का स्वाद आना शुरू हो जाएगा, शक्कर च पा दूंगे तो पानी जो शक्कर का स्वाद आना शुरू हो जाएगा, पानी को नमक च पा दूंगे तो पानी विचों काहदा स्वाद आएगा, नमक का। पानी का अपना कोई स्वाद नहीं है, पर जिहदी उन्हें संगत करनी ना उहदा असर अपने ते लेना शुरू कर देना उन्हें। इसलिए याद रखो कि तुहाडे शरीर च भी जिहड़ा 72% पानी है ना, यह भी उही काम करता है कि तुसी जिद्दां दी संगत विच बहिंदे हो, जिद्दां दी सोबत विच बहिंदे हो, उदां दा प्रभाव तुहाडे जीवन ते होना शुरू हो जाता है। हुण खुशियां दा राज दस्सण लगे हैं, पहला पॉइंट नोट कर लेना, यह पहला पॉइंट है। जे खुशियां नूं जानना चाहते हैं, अपने जीवन च खुशी पाना चाहते हैं, अपने जीवन च खुशियां हासिल करना चाहते हैं, और चाहते हैं कि इदां दी खुशी मिले कि मुड़ के कदी ये खुशी जावे ही ना, तो यह पहला स्टैप जिहड़ा है, यानी पहला पॉइंट याद रखना कि तुसी जिद्दां दी संगत विच बैठना है ना, उदां दी ही तुहाडी रंगत बननी शुरू हो जानी है। इसलिए पहला चेक करो कि जे तुसी दुखियां दी संगत विच ज्यादा बैठोगे, जिहड़े हर वेले अपने दुखां दा रोना रोंदे रहणगे, हर वेले दुख दीयां गल्लां करदे रहणगे, हर वेले परेशानी दीयां गल्लां करदे रहणगे, हर वेले नेगेटिविटी दीयां गल्लां करदे रहणगे, इदां दे लोगों को बैठना तुहाडी नेगेटिविटी भी तुहाडे अंदर पीड़ा तकलीफ दुख भी वधदा चला जाएगा। समझदे हो कि नहीं तां किते देखो कि तुहानू कोई दुख ना होवे, तुसी बड़े मजे ना जा रहे हो, बड़े मजे ना जा रहे हो, गुनगुनांदे जा रहे हो, अचानक अगे इदां दे घर मोड़ दी लंघदे हो जिथे किसी दी मौत हुई है, जिथे सारे रो रहे हैं, जे तुहानू 5 मिनट भी उत्थे बहना पै जावे ना, तुहाडीआं खुशियां खत्म, और तुहाडे अंदर भी एक दर्द एक दुख पैदा हो जाएगा। तुहानू भी अपना गया होया कोई ना कोई याद आएगा, और तुहाडीआं अखां 'च भी पानी आना शुरू हो जाएगा, क्योंकि प्रभाव है। हुण समझ लो ये शरीर रूपी पानी उस संगत में चला गया जिथे चारों पासे दुख ही दुख है। हुण ओही एनर्जी इन्हां अपने ते ले लेनी है, जिद्दां नमक विच जाके पानी नमक दी एनर्जी लैके आप नमकीन हो जांदा। समझदे हो कि हुण इहदा मतलब ये भी नहीं है कि जिथे किते इदां दा दुख दा समां होवे सानू जाना नहीं चाहिदा। अपनिआं दे कोल दुख दे समय खड़ना साडा फर्ज है, पर अपने अंदर सानू इन्ना एक विवेक चाहिदा है, एक इन्ना ज्ञान चाहिदा है, इन्नी समझ चाहिदी है कि इदां दे हालात विच रह के भी इस चीज दा मैं अपने ते प्रभाव पैण ना देवां, और ये हो सकदा है। समझदे हो कि नहीं?
ਕਿਉਂਕਿ ਇੱਕ ਵਿਵੇਕਵਾਨ ਇਨਸਾਨ ਇਹ ਹੋ ਸਕਦਾ ਹੈ, ਇਹ ਸੋਚਦਾ ਹੈ, ਇਦਾਂ ਕਰ ਸਕਦਾ ਹੈ ਕਿ ਭਾਈ ਜੇ ਇਹ ਦੁਖੀ ਹੈ ਨਾ, ਹੁਣ ਇਹਦੇ ਦੁੱਖ ਵਿੱਚ ਠੀਕ ਹੈ, ਮੈਂ ਸ਼ਾਮਿਲ ਜ਼ਰੂਰ ਹਾਂ, ਪਰ ਮੈਂ ਆਪਣੇ ਆਪ ਨੂੰ ਇਦਾਂ ਰੱਖਣਾ ਕਿ ਮੈਂ ਇਹਨੂੰ ਹੌਸਲਾ ਦੇ ਸਕਾਂ, ਇਹਨੂੰ ਹਿੰਮਤ ਦੇ ਸਕਾਂ, ਇਹਨੂੰ ਹੌਸਲਾ ਦੇਵਾਂਗਾ ਤਾਂ ਹੀ ਇਹ ਜ਼ਿੰਦਗੀ ਨੂੰ ਅੱਗੇ ਵਧਾਏਗਾ। ਤਾਂ ਜੇ ਮੈਂ ਵੀ ਇਹਦੇ ਨਾਲ ਲੱਗ ਕੇ ਰੋਣ ਲੱਗ ਗਿਆ, ਟੁੱਟ ਕੇ ਬਹਿ ਗਿਆ, ਜਾਂ ਇਦਾਂ ਹੋ ਗਿਆ ਉਦਾਂ ਹੋ ਗਿਆ, ਇਹੀ ਗੱਲਾਂ ਲੈ ਕੇ ਬਹਿ ਗਿਆ, ਤਾਂ ਉਹਦਾ ਵਿਚਾਰੇ ਦੁੱਖ ਤਾਂ ਪਹਿਲੇ ਹੀ ਹੈ, ਪਰ ਮੇਰੇ ਕਰਨ ਨਾਲ ਦੁੱਖ ਘਟੇਗਾ ਨਹੀਂ, ਹੋਰ ਵੀ ਵੱਧ ਜਾਏਗਾ। ਕਿਉਂਕਿ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ, ਉਹਨੂੰ ਤਾਂ ਬਦਲਿਆ ਜਾ ਨਹੀਂ ਸਕਦਾ, ਪਰ ਹੁਣ ਅਸੀਂ ਹਿੰਮਤ ਤਾਂ ਦੇ ਸਕਦੇ ਹਾਂ ਨਾ, ਤਾਂ ਕਿ ਉਹਦੇ ਅੰਦਰ ਹਿੰਮਤ ਪੈਦਾ ਹੋਵੇ ਉਸ ਹਾਲਾਤ ਚੋਂ ਨਿਕਲਣ ਦੀ। ਸਮਝਦੇ ਹੋ ਸਾਡੀ ਗੱਲ? ਇਸ ਲਈ ਇਹ ਸਮਝਣਾ ਹੈ, ਹੁਣ ਇੱਕ ਦੁਖੀ ਇਨਸਾਨ ਅਗਰ ਏਦਾਂ ਦੀ ਸੰਗਤ ਵਿੱਚ ਚਲਾ ਜਾਵੇ ਜਿੱਥੇ ਖੁਸ਼ੀ ਹੋਵੇ, ਆਨੰਦ ਹੋਵੇ, ਨਾਚ ਹੋਵੇ, ਰੰਗ ਹੋਵੇ, ਜਿੱਥੇ ਚਾਰੋਂ ਪਾਸੇ ਮੁਸਕਰਾਹਟ ਹੋਵੇ, ਤਾਂ ਉਹ ਸੰਗਤ ਦਾ ਅਸਰ ਉਸ ਤੇ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇੱਥੇ ਦੱਸਿਆ ਕਿ ਕੰਦਲੀ ਸੀਪ ਭੁਜੰਗ ਮੁਖ ਏਕ ਸਵਾਤੀ ਗੁਣ ਤੀਨ, ਕਿ ਬੂੰਦ ਇੱਕੋ ਹੀ ਹੈ, ਪਰ ਅੰਬ ਦੇ ਪੇੜ ਦੇ ਕੋਲ ਜਿੱਦਾਂ ਦੱਸਿਆ ਉਹਦੀ ਜੜ 'ਚ ਜਾਂਦਾ ਹੈ ਪਾਣੀ ਤਾਂ ਉਹ ਮਿਠਾਸ ਬਣ ਜਾਂਦਾ ਹੈ, ਨਿੰਮ ਦੀ ਜੜ 'ਚ ਜਾਂਦਾ ਹੈ ਤਾਂ ਕੜਵਾਹਟ ਬਣ ਜਾਂਦਾ। ਔਰ ਇੱਥੇ ਦੱਸਿਆ ਕੰਦਲੀ, ਕੰਦਲੀ ਕੇਲੇ ਦੇ ਪੇੜ ਨੂੰ ਵੀ ਕਹਿ ਦਿੱਤਾ ਜਾਂਦਾ ਹੈ, ਜ਼ਰਾ ਸਮਝਣਾ। ਭੁਜੰਗ ਸਰਪ ਨੂੰ ਕਹਿ ਦਿੱਤਾ ਜਾਂਦਾ ਹੈ, ਔਰ ਸੀਪ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹਦੇ ਚੋਂ ਮੋਤੀ ਨਿਕਲਦੇ ਆ। ਕੰਦਲੀ ਸੀਪ ਭੁਜੰਗ ਮੁਖ, ਸੱਪ ਦੇ ਮੂੰਹ 'ਚ ਗਈ ਬੂੰਦ ਜ਼ਹਿਰ ਦਾ ਰੂਪ ਲੈ ਲੈਂਦੀ ਹੈ, ਔਰ ਸੀਪ ਦੇ ਮੂੰਹ 'ਚ ਗਈ ਬੂੰਦ ਮੋਤੀ ਦਾ ਰੂਪ ਲੈ ਲੈਂਦੀ ਹੈ, ਔਰ ਉਦਾਂ ਦਾ ਪ੍ਰਭਾਵ, ਉਦਾਂ ਦਾ ਅਸਰ ਉਹਨੂੰ ਹਾਸਿਲ ਹੋ ਜਾਂਦਾ ਹੈ। ਇਸ ਲਈ ਅਗਰ ਤੁਸੀਂ ਜੀਵਨ 'ਚ ਮੋਤੀ ਬਣਨਾ ਚਾਹੁੰਦੇ ਹੋ ਤਾਂ ਫਿਰ ਸੰਤਾਂ, ਗੁਰੂਆਂ, ਰਹਿਬਰਾਂ ਜਾਂ ਅੱਛੀ ਸੰਗਤ ਵਿੱਚ ਬੈਠੋ, ਕਿਉਂਕਿ ਅੱਛੀ ਸੰਗਤ ਸੀਪ ਦੇ ਸਮਾਨ ਹੈ। ਇਹ ਯਾਦ ਰੱਖਣਾ, ਇਹ ਪਹਿਲਾ ਪੁਆਇੰਟ। ਅਗਰ ਅੱਛੀ ਸੰਗਤ ਵਿੱਚ ਤੁਸੀਂ ਬਹਿੰਦੇ ਹੋ ਤਾਂ ਤੁਹਾਡਾ ਜੀਵਨ ਕੀਮਤੀ ਹੋ ਜਾਂਦਾ ਹੈ, ਤੁਸੀਂ ਪਾਣੀ ਤੋਂ ਮੋਤੀ ਬਣ ਜਾਂਦੇ ਹੋ, ਔਰ ਮੋਤੀ ਦੀ ਇੱਕ ਕੀਮਤ ਹੁੰਦੀ ਹੈ, ਉਹ ਅਨਮੋਲ ਹੁੰਦਾ ਹੈ। ਇਸ ਲਈ ਤੁਹਾਡਾ ਜੀਵਨ ਵੀ ਕੀਮਤੀ ਹੋ ਸਕਦਾ ਹੈ ਅਗਰ ਤੁਸੀਂ ਅੱਛੀ ਸੋਬਤ ਵਿੱਚ ਬੈਠਣਾ ਸ਼ੁਰੂ ਕਰਦੇ ਹੋ, ਔਰ ਬੁਰੀ ਸੋਬਤ ਤੋਂ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰ ਦਿਓ। ਇਹ ਪਹਿਲਾ ਪੁਆਇੰਟ ਯਾਦ ਰੱਖਣਾ। ਸਮਝਦੇ ਹੋ ਕਿ ਨਹੀਂ? ਕਿਹੜਾ ਪੁਆਇੰਟ ਹੈ ਕਿ ਮੈਂ ਜਿੱਦਾਂ ਦੀ ਸੰਗਤ ਕਰਨੀ ਨਾ, ਜਿੱਦਾਂ ਦੇ ਲੋਕਾਂ 'ਚ ਉੱਠਣਾ ਬੈਠਣਾ ਹੈ, ਉਦਾਂ ਦਾ ਮੇਰੇ ਜੀਵਨ ਤੇ ਪ੍ਰਭਾਵ ਪੈਣਾ ਹੈ। ਅਗਰ ਮੈਂ ਅੱਛੇ ਲੋਕਾਂ ਦੀ ਸੰਗਤ ਕਰੂੰਗਾ, ਜਿਨ੍ਹਾਂ ਦੇ ਅੰਦਰ ਪੋਜ਼ਿਟਿਵਿਟੀ ਹੈ, ਜੋ ਅੱਛੀਆਂ ਗੱਲਾਂ ਕਰਦੇ ਹੈ, ਜੋ ਅੱਛੇ ਵਿਚਾਰ ਕਰਦੇ ਹੈ, ਜਿਨ੍ਹਾਂ ਦੇ ਜ਼ੁਬਾਨ ਤੇ ਹਮੇਸ਼ਾ ਰੱਬ ਦੀ ਗੱਲ ਹੁੰਦੀ ਹੈ, ਵਿਸ਼ਵਾਸ ਦੀ ਗੱਲ ਹੁੰਦੀ ਹੈ, ਹਿੰਮਤ ਹੌਸਲੇ ਦੀ ਗੱਲ ਹੁੰਦੀ ਹੈ, ਅਗਰ ਮੈਂ ਉਹਨਾਂ ਦੇ ਕੋਲ ਬੈਠਣਾ ਸ਼ੁਰੂ ਕਰੂੰਗਾ ਤਾਂ ਮੇਰੇ ਜੀਵਨ 'ਚ ਵੀ ਹਿੰਮਤ, ਹੌਸਲਾ, ਸਾਹਸ ਵਧਣਾ ਸ਼ੁਰੂ ਹੋ ਜਾਏਗਾ। ਤਾਂ ਜੇ ਮੈਂ ਡਰਪੋਕਾਂ ਕੋਲ ਬੈਠੂੰਗਾ ਤਾਂ ਹੌਲੀ ਹੌਲੀ ਮੇਰੇ ਅੰਦਰ ਵੀ ਡਰ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਇਹ ਤਾਂ ਕਦੀ ਤੁਸੀਂ ਦੇਖਣਾ, ਸਮਝਦੇ ਹੋ ਕਿ ਨਹੀਂ? ਕਦੀ ਤੁਸੀਂ ਦੇਖਣਾ ਕਿ ਇੱਕ ਆਦਮੀ, ਰਾਤ ਦਾ ਟਾਈਮ ਹੈ, ਇੱਕ ਰਸਤੇ ਤੋਂ ਹੀ ਗੁਜ਼ਰਦਾ ਹੈ, ਹੁਣ ਤੁਸੀਂ ਦੋ ਜਣੇ ਕੀ ਕਰ ਲਓ, ਪਲੈਨਿੰਗ ਕਰ ਲਓ, ਇਸ ਰਸਤੇ ਜਾਣ ਵਾਲੇ ਬੰਦੇ ਨੂੰ ਡਰਾਣਾ ਹੈ ਅਸੀਂ। ਸਮਝਦੇ ਹੋ ਕਿ ਨਹੀਂ? ਹੁਣ ਡਰਾਣਾ ਕਿੱਦਾਂ? ਉਹ ਆਦਮੀ ਆ ਰਿਹਾ ਇਧਰੋਂ, ਉਹ ਰੋਜ਼ ਇਸੇ ਰਸਤੇ ਤੋਂ ਹੀ ਜਾਂਦਾ ਹੈ, ਇਸੇ ਰਸਤੇ ਤੋਂ ਹੀ ਆਉਂਦਾ ਹੈ, ਪਰ ਇਸ ਵਾਰ ਰਾਤ ਨੂੰ ਜਦੋਂ ਜਾ ਰਿਹਾ ਹੈ ਤਾਂ ਤੁਸੀਂ ਉਧਰੋਂ ਦੌੜੇ ਆਓ, ਦੋ ਜਣੇ ਡਰੇ ਹੋਏ ਆਓ, ਉਹਨੂੰ ਕਹੋ ਕਿੱਧਰ ਚੱਲਾਂ? ਇੱਧਰ ਜਾ ਰਿਹਾ। ਉਹ ਭਾਈ ਨਾ ਜਾਈ, ਅੱਗੇ ਬੜੀ ਖਤਰਨਾਕ ਭੂਤ ਦੇਖਿਆ ਮੈਂ, ਪ੍ਰੇਤ ਦੇਖਿਆ ਮੈਂ, ਅਸੀਂ ਤਾਂ ਦੌੜ ਚੱਲੇ ਆ। ਤੁਸੀਂ ਦੇਖੋਗੇ ਕਿ ਉਹ ਜਿਹੜਾ ਆਦਮੀ ਰੋਜ਼ ਗੁਜ਼ਰਨ ਵਾਲਾ ਹੈ ਨਾ, ਕਿਤੇ ਨਾ ਕਿਤੇ ਉਹਦੇ ਅੰਦਰ ਵੀ ਇੱਕ ਡਰ ਆ ਜਾਏਗਾ। ਹੁਣ ਜਾਏਗਾ ਉਹ, ਪਰ ਡਰਿਆ ਹੋਇਆ ਜਾਏਗਾ। ਜਾਣਾ ਉਹਦੀ ਮਜਬੂਰੀ ਹੈ, ਕਿਉਂਕਿ ਪਿੰਡ ਉਹਦਾ ਉੱਧਰ ਹੈ, ਘਰ ਉੱਧਰ ਹੈ, ਪਰ ਅੰਦਰ ਇੱਕ ਨਾ ਇੱਕ ਡਰ ਹੋਏਗਾ ਕਿ ਜੇ ਦੋ ਬੰਦੇ ਡਰ ਸਕਦੇ ਆ ਤਾਂ ਫਿਰ ਭਾਈ ਕਿਤੇ ਮੈਨੂੰ ਵੀ ਕੋਈ ਚੀਜ਼ ਇਦਾਂ ਦੀ ਵਾਕਿਆ ਕੋਈ ਗੱਲ ਹੋਣੀ ਹੈ ਜਿਹੜਾ ਇਹ ਡਰੇ ਹੋਏ ਹੈ। ਇਹਦਾ ਮਤਲਬ ਹੈ, ਹੁਣ ਅਸੀਂ ਕਈ ਵਾਰ ਦੱਸੀਦਾ ਨਾ, ਘਰ ਦੇ ਵਿੱਚ ਜੇ ਦੋ ਮੈਂਬਰ ਚੂਹੇ ਤੋਂ ਡਰਨ ਵਾਲੇ ਆ ਨਾ, ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਚੂਹੇ ਤੋਂ ਡਰਨਗੇ, ਕਿਉਂਕਿ ਉਹਨਾਂ ਦਾ ਡਰ ਉਹਨਾਂ ਅੰਦਰ ਵੀ ਸ਼ਿਫਟ ਹੋ ਜਾਂਦਾ ਹੈ। ਤਾਂ ਜੇ ਦੋ ਬੰਦੇ ਹਿੰਮਤ ਵਾਲੇ ਹੈ, ਹੌਸਲੇ ਵਾਲੇ ਹੈ, ਤੇ ਇੱਕ ਬੰਦਾ ਡਰਪੋਕ ਹੈ ਨਾ, ਤਾਂ ਹਿੰਮਤ ਵਾਲੇ ਉਹ ਡਰਪੋਕ ਨੂੰ ਵੀ ਆਪਣੇ ਨਾਲ ਲੈ ਕੇ ਚੱਲਣਗੇ। ਚੱਲ ਕੁਛ ਨਹੀਂ ਹੁੰਦਾ, ਚੱਲ ਦੇਖਦੇ ਆਂ ਅਸੀਂ। ਤਾਂ ਉਹ ਵੀ ਉਹਦੇ ਨਾਲ, ਜਦੋਂ ਹਿੰਮਤ ਵਾਲਿਆਂ ਨਾਲ ਉਹ ਡਰਿਆ ਹੋਇਆ ਇਨਸਾਨ ਵੀ ਚਲੇਗਾ ਤਾਂ ਉਹਦੀ ਹਿੰਮਤ ਵੀ ਵਧਣੀ ਸ਼ੁਰੂ ਹੋ ਜਾਏਗੀ। ਸਮਝਦੇ ਹੋ ਕਿ ਨਹੀਂ? ਇਸ ਲਈ ਥੋੜਾ ਚੈੱਕ ਕਰਿਆ ਕਰੋ ਤੁਸੀਂ ਕਿ ਤੁਹਾਡੇ ਘਰ ਦੇ ਵਿੱਚ ਜਾਂ ਵਾਤਾਵਰਣ ਦੇ ਵਿੱਚ ਅਗਰ ਤੁਸੀਂ ਦੁਖੀ ਹੋ, ਉਦਾਸ ਹੋ, ਪਰੇਸ਼ਾਨ ਹੋ, ਨੈਗੇਟਿਵਿਟੀ ਨਾਲ ਭਰੇ ਹੋ, ਤੇ ਇਹਦਾ ਮਤਲਬ ਤੁਹਾਡੀ ਸੰਗਤ ਵੀ ਨੈਗੇਟਿਵਿਟੀ ਵਾਲੇ ਲੋਕਾਂ ਨਾਲ ਹੀ ਜ਼ਿਆਦੇ ਹੈ, ਬੁਰੇ ਲੋਕਾਂ ਨਾਲ ਜ਼ਿਆਦੇ। ਬੁਰੇ ਲੋਕਾਂ ਦਾ ਮਤਲਬ ਇਹ ਨਹੀਂ ਕਿ ਚੋਰਾਂ ਨਾਲ, ਠੱਗਾਂ ਨਾਲ। ਬੁਰੇ ਲੋਕਾਂ ਦਾ ਮਤਲਬ ਹੈ ਜਿਹੜੇ ਹਰ ਵੇਲੇ
ਡਰੇ ਰਹਿੰਦੇ ਆ, ਚਿੰਤਾ ਕਰਦੇ ਰਹਿੰਦੇ ਆ, ਜਿਨ੍ਹਾਂ ਦੇ ਹਰ ਵੇਲੇ ਅੰਦਰ ਬੁਰੀ ਸੋਚ ਚੱਲਦੀ ਰਹਿੰਦੀ ਹੈ, ਕਿਤੇ ਮੇਰਾ ਆਹ ਨਾ ਹੋ ਜਾਵੇ, ਆਹ ਨੁਕਸਾਨ ਨਾ ਹੋ ਜਾਵੇ, ਉਹ ਬੁਰਾ ਨਾ ਹੋ ਜਾਵੇ, ਇਹਨਾਂ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਡਰੇ ਹੋਏ, ਚਿੰਤਿਤ ਹੈ। ਔਰ ਇਹਨਾਂ ਦੀ ਸੋਚ 'ਚ ਬੈਠਣ ਨਾਲ ਸਾਡੀ ਚਿੰਤਾ, ਸਾਡਾ ਡਰ ਵੀ ਵਧਣਾ ਹੈ। ਸਮਝ ਆ ਗਈ? ਇਹ ਪਹਿਲਾ ਪੁਆਇੰਟ ਯਾਦ ਰੱਖਣਾ। ਹੁਣ ਦੂਜੇ ਪੁਆਇੰਟ ਤੇ ਆ ਜਾਈਏ ਕਿ ਕਿਹੜਾ ਇਨਸਾਨ ਦੁਖੀ ਹੁੰਦਾ ਹੈ ਔਰ ਕਿਹੜਾ ਇਨਸਾਨ ਸੁਖੀ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਇਹ ਵੀ ਰਾਜ ਸਮਝ ਲਓ ਕਿ ਜੋ ਕੁਝ ਸਾਡੇ ਕੋਲ ਹੈ, ਜਿਹੜਾ ਉਸ ਚੀਜ਼ ਵਾਸਤੇ ਆਪਣੇ ਰੱਬ ਦਾ ਸ਼ੁਕਰ ਕਰਦਾ ਹੈ ਔਰ ਉਸ ਚੀਜ਼ ਦਾ ਆਨੰਦ ਲੈਂਦਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਤਾਂ ਜੋ ਸਾਡੇ ਕੋਲ ਨਹੀਂ ਹੈ, ਜਿਹੜਾ ਉਹਦੇ ਬਾਰੇ ਸੋਚਦਾ ਹੈ ਔਰ ਰੱਬ ਅੱਗੇ ਸ਼ਿਕਾਇਤਾਂ ਕਰਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ। ਇਹ ਪੁਆਇੰਟ ਸਮਝਣਾ ਥੋੜਾ ਜਿਹਾ। ਇਹਨੂੰ ਇਦਾਂ ਸਮਝ ਲਓ, ਇੱਕ ਕਹਾਣੀ ਦੇ ਜ਼ਰੀਏ ਸਮਝਾਈਏ ਕਿ ਤਿੰਨ ਆਦਮੀ ਹੈ ਔਰ ਤਿੰਨੇ ਹੀ ਬਾਵਰਚੀ ਹੈ, ਕੁੱਕ ਹੈ, ਹਲਵਾਈ ਹੈ, ਔਰ ਤਿੰਨਾਂ ਦੀ ਇੱਕ ਕੰਪੀਟੀਸ਼ਨ ਹੁੰਦਾ ਹੈ, ਪ੍ਰਤੀਯੋਗਿਤਾ ਹੁੰਦੀ ਹੈ। ਜਿੱਦਾਂ ਟੀਵੀ ਤੇ ਸ਼ੋਅ ਆਉਂਦਾ ਹੈ ਮਾਸਟਰ ਸ਼ੈਫ, ਉਹਦੇ 'ਚ ਅਲੱਗ-ਅਲੱਗ ਕੁਕਿੰਗ ਕਰਦੇ ਆ ਸਾਰੇ, ਉਹਨਾਂ ਨੂੰ ਸਮਾਨ ਦਿੱਤਾ ਜਾਂਦਾ ਹੈ ਵੀ ਇਸ ਸਮਾਨ ਦਾ ਕੁਝ ਬਣਾਉਣਾ ਹੈ, ਤਾਂ ਜਿਹੜਾ ਵਧੀਆ ਬਣਾਉਂਦਾ ਹੈ ਉਹ ਵਿਨਰ। ਇੱਥੇ ਉਹਨਾਂ ਦੇ ਵੀ ਕੰਪੀਟੀਸ਼ਨ ਸੀ। ਹੁਣ ਜਦੋਂ ਕੰਪੀਟੀਸ਼ਨ ਸੀ ਤਾਂ ਤਿੰਨਾਂ ਨੂੰ ਕੁਝ ਚੀਜ਼ਾਂ ਦਿੱਤੀਆਂ ਗਈਆਂ, ਇੱਕ ਨੂੰ, ਦੂਜੇ ਨੂੰ, ਤੀਜੇ ਨੂੰ। ਹੁਣ ਤਿੰਨਾਂ ਨੇ ਜਦੋਂ ਆਪਣਾ ਆਪਣਾ ਡੱਬਾ ਖੋਲਿਆ, ਇੱਕ ਬੈਠ ਕੇ ਮੱਥੇ ਹੱਥ ਮਾਰ ਲਿਆ, ਆਹ ਕੀ ਹੈ, ਆਹ ਮੈਨੂੰ ਕੀ ਮਿਲ ਗਿਆ ਹੈ, ਆਹ ਮੈਨੂੰ ਕੀ ਮਿਲ ਗਿਆ, ਇਹਦਾ ਮੈਂ ਕੀ ਬਣਾਵਾਂ, ਇਹਦਾ ਮੈਂ ਕੀ ਕਰਾਂ। ਸਮਝਦੇ ਹੋ ਕਿ ਨਹੀਂ? ਹੁਣ ਉਹ ਚੀਜ਼ ਨੂੰ ਲੈ ਕੇ ਬਹਿ ਗਿਆ ਔਰ ਇਹਦਾ ਮੈਂ ਹੁਣ ਕੀ ਕਰ ਸਕਦਾ, ਇਹਦਾ ਮੇਰੇ ਤੋਂ ਕੀ ਬਣਨਾ ਹੈ, ਇਹ ਚੀਜ਼ ਦਾ ਮੈਂ ਕੀ ਕਰਾਂ। ਥੋੜੀਆਂ ਚੀਜ਼ਾਂ, ਕਾਸ਼ ਆ ਵੀ ਹੁੰਦਾ, ਉਹ ਵੀ ਹੁੰਦਾ, ਫਿਰ ਮੈਂ ਆਹ ਬਣਾ ਦੇਣਾ ਸੀ, ਉਹ ਹੁੰਦਾ ਤਾਂ ਮੈਂ ਉਹ ਬਣਾ ਦੇਣਾ ਸੀ। ਯਾਨੀ ਜੋ ਨਹੀਂ ਹੈ ਉਹਦੇ ਬਾਰੇ ਸੋਚ ਰਿਹਾ ਹੈ, ਤਾਂ ਜੋ ਹੈ ਉਹਨੂੰ ਕਹੇ ਇਹਦਾ ਮੈਂ ਕੀ ਕਰਨਾ। ਉਹ ਬੈਠ ਗਿਆ, ਦੂਜੇ ਨੇ ਦੇਖਿਆ, ਜਦੋਂ ਦੇਖਿਆ ਤਾਂ ਦੂਜਾ ਕਹਿੰਦਾ ਹੈ ਚੀਜ਼ਾਂ ਤਾਂ ਹੈ, ਪਰ ਅਗਰ ਥੋੜੀਆਂ ਆ ਵੀ ਚੀਜ਼ਾਂ, ਇੱਕ ਲਿਸਟ ਬਣਾਉਣ ਲੱਗ ਪਿਆ ਕਿ ਅਗਰ ਆ ਵੀ ਚੀਜ਼ਾਂ ਮੈਨੂੰ ਮਿਲ ਜਾਣ, ਯਾਨੀ ਲਿਖਣ ਲੱਗ ਗਿਆ, ਇੱਕ ਚਿੰਤਾ ਕਰ ਰਿਹਾ ਕਿ ਆ ਮੈਨੂੰ ਮਿਲਿਆ, ਇਹਦਾ ਮੈਂ ਕੀ ਕਰਨਾ ਹੈ, ਇਹਦਾ ਕੀ ਬਣਨਾ ਹੈ। ਔਰ ਦੂਸਰਾ ਲਿਸਟ ਬਣਾਉਣ ਲੱਗ ਗਿਆ ਕਿ ਆਹ ਚੀਜ਼ਾਂ ਹੈ ਨਹੀਂ, ਆਹ ਚੀਜ਼ਾਂ ਹੈ, ਅਗਰ ਆਹ ਚੀਜ਼ਾਂ ਹੋਰ ਆ ਜਾਣ ਤਾਂ ਮੈਂ ਬਹੁਤ ਕੁਝ ਬਣਾ ਸਕਦਾ ਹਾਂ। ਤਾਂ ਤੀਜਾ ਉਹਨੇ ਦੇਖਿਆ, ਉਹ ਕਹਿੰਦਾ ਠੀਕ ਹੈ, ਮਿਲ ਤਾਂ ਗਈਆਂ, ਹੁਣ ਦੇਣਾ ਉਹਨਾਂ ਦਾ ਕੰਮ ਹੈ, ਕਿਉਂਕਿ ਦੇਣ ਤੇ ਮੇਰਾ ਕੋਈ ਕੰਟਰੋਲ ਨਹੀਂ ਹੈ ਕਿ ਮੈਨੂੰ ਕੀ ਚਾਹੀਦਾ ਹੈ, ਦੇਣਾ ਉਹਨਾਂ ਦਾ ਕੰਮ ਹੈ। ਪਰ ਇਹ ਮੇਰੇ ਹੱਥ 'ਚ ਹੈ ਕਿ ਜੋ ਮੈਨੂੰ ਮਿਲਿਆ ਮੈਂ ਉਹਦਾ ਕਰ ਕੀ ਸਕਦਾ ਹਾਂ, ਵਧੀਆ ਕੀ ਕਰ ਸਕਦਾ, ਮੈਂ ਮੇਰਾ ਬੈਸਟ ਕੀ ਕਰ ਸਕਦਾ ਹਾਂ। ਇਹ ਸੋਚ ਕੇ ਉਹ ਲੱਗ ਪਿਆ ਬਣਾਉਣ। 15 ਮਿੰਟ ਦਾ ਟਾਈਮ ਸੀ, 15 ਮਿੰਟ ਦੇ ਵਿੱਚ ਇੱਕ ਤਾਂ ਬਹਿ ਗਿਆ ਕਿ ਮੈਨੂੰ ਉਹ ਮਿਲ ਜਾਂਦਾ, ਆਹ ਮਿਲ ਜਾਂਦਾ। ਉਹ ਸੁਪਨੇ ਦੇਖ ਰਿਹਾ ਹੈ ਕਿ ਮੈਂ ਇਦਾਂ ਕਰ ਦੇਣਾ ਸੀ, ਮੈਂ ਉਦਾਂ ਕਰ ਦੇਣਾ ਸੀ। ਉਹ ਚੀਜ਼ਾਂ ਉਦਾਂ ਹੀ ਪਈਆਂ, ਜਿੱਦਾਂ ਸਮਝ ਲਓ ਇੱਕ ਆਲੂ ਰੱਖ ਦਿੱਤਾ ਉਹਨਾਂ ਨੇ, ਥੋੜਾ ਨਮਕ ਰੱਖ ਦਿੱਤਾ। ਸਮਝਦੇ ਹੋ ਕਿ ਨਹੀਂ? ਹੁਣ ਇਹ ਦੋ ਚੀਜ਼ਾਂ ਦੇ ਦਿੱਤੀਆਂ ਤਿੰਨਾਂ ਨੂੰ, ਉਹਨੂੰ ਵੀ ਨਮਕ ਆਲੂ, ਉਹਨੂੰ ਵੀ ਨਮਕ ਆਲੂ, ਉਹਨੂੰ ਵੀ ਨਮਕ ਆਲੂ। ਇੱਕ ਸੋਚਦਾ ਇਕੱਲੇ ਆਲੂ ਆ, ਮੈਂ ਕੀ ਬਣਾਵਾਂ। ਕਾਸ਼ ਮੇਰੇ ਕੋ ਭਿੰਡੀਆਂ ਹੁੰਦੀਆਂ, ਗੋਭੀ ਹੁੰਦੀ, ਕਾਸ਼ ਮੇਰੇ ਕੋ ਬਤਾਊ ਹੁੰਦੇ, ਉਹ ਚੀਜ਼ ਹੁੰਦੀ ਤਾਂ ਮੈਂ ਏਦਾਂ ਆਲੂਆਂ ਦੀ ਆਹ ਬਣਾ ਦੇਣੀ ਸੀ, ਆਹ ਬਣਾ ਦੇਣੀ ਸੀ। ਪਰ ਹੁਣ ਜੋ ਨਹੀਂ ਹੈ ਉਹਦੇ ਬਾਰੇ ਸੋਚ ਸੋਚ ਕੇ ਉਹ 15 ਮਿੰਟ ਗਵਾ ਰਿਹਾ ਹੈ। ਤੇ ਜਿਹੜਾ ਦੂਸਰਾ ਲਿਸਟ ਬਣਾਉਣ 'ਚ ਲੱਗਾ ਹੋਇਆ ਹੈ, ਮੈਨੂੰ ਆਹ ਚਾਹੀਦਾ ਹੈ, ਮੈਨੂੰ ਆਹ ਚਾਹੀਦਾ ਹੈ, ਆਹ ਚੀਜ਼ ਮੰਗ ਲੈਣੀ, ਆਹ ਚੀਜ਼ ਮੰਗ ਲੈਣੀ, ਆਹ ਚੀਜ਼ ਕਰ ਲੈਣੀ ਹੈ, ਔਰ ਲਿਸਟ ਬਣਾਉਣ 'ਚ ਉਹਦਾ ਟਾਈਮ ਜਾ ਰਿਹਾ ਹੈ। ਤੀਜੇ ਨੇ ਦੇਖਿਆ ਦੋ ਹੀ ਚੀਜ਼ਾਂ ਹੈ, ਹੁਣ ਜੋ ਬੈਸਟ ਕਰ ਸਕਦਾ ਮੈਂ ਕਰਾਂ। ਉਹਨੇ ਉਹਨਾਂ ਆਲੂਆਂ ਦੇ ਚਿਪਸ ਬਣਾਉਣੇ ਸ਼ੁਰੂ ਕਰ ਦਿੱਤੇ, ਔਰ ਚਿਪਸ ਬਣਾ ਕੇ ਨਮਕ ਪਾ ਕੇ ਜੋ ਅੱਗੇ ਸੀਗੇ ਨਾ ਟੀਚਰ ਜਾਂ ਜੋ ਵੀ ਅੱਗੇ ਮਾਸਟਰ ਬੈਠੇ ਸੀ, ਮਾਸਟਰ ਅੱਗੇ ਰੱਖ ਦਿੱਤੇ ਕਿ ਲਓ ਮਹਾਰਾਜ ਇਹ 15 ਮਿੰਟਾਂ ਜੋ ਮੈਂ ਬੈਸਟ ਕਰ ਸਕਿਆ ਉਹ ਮੈਂ ਕਰ ਦਿੱਤਾ, ਆਹ ਹੈ। ਤਾਂ ਕਹਿੰਦੇ ਉਹਨੂੰ ਇਨਾਮ ਵੀ ਦਿੱਤਾ ਗਿਆ, ਔਰ ਉਹਨੂੰ ਇਨਾਮ ਵੀ ਮਿਲਿਆ, 골ਡ ਮੈਡਲ ਵੀ ਮਿਲਿਆ, ਔਰ ਉਹਦਾ ਨਾਮ ਵੀ ਹੋ ਗਿਆ ਕਿ ਇਹਨੂੰ ਅਸੀਂ ਜੋ ਦਿੱਤਾ ਸੀ ਇਹਨਾਂ ਉਹਦਾ ਵੈਸਟ ਕਰ ਲਿਆ। ਹੁਣ ਇਹ ਆਪਸ਼ਨਾਂ ਤਿੰਨਾਂ ਕੋਲ ਹੀ ਸੀ, ਇਹ ਨਹੀਂ ਕਿ ਉਹਦੇ ਇਕੱਲੇ ਕੋਲ ਸੀ। ਉਹ ਦੂਜੇ ਦੋ ਚਾਹੁੰਦੇ ਉਹ ਵੀ ਕਰ ਸਕਦੇ ਸੀ, ਪਰ ਇੱਕ ਨੇ ਦੇਖਿਆ ਬੜਾ ਥੋੜਾ ਹੈ, ਇਹਦਾ ਮੈਂ ਕੀ ਕਰ ਸਕਦਾ ਹੈ, ਉਹਨੇ ਕੋਸ਼ਿਸ਼ ਹੀ ਨਹੀਂ ਕੀਤੀ। ਦੂਜੇ ਨੇ ਦੇਖਿਆ ਥੋੜਾ ਹੈ, ਮੈਨੂੰ ਹੋਰ ਚਾਹੀਦਾ ਹੈ, ਉਹ ਲਿਸਟ ਬਣਾਉਣ 'ਚ ਲੱਗ ਗਿਆ। ਔਰ ਤੀਜੇ ਨੇ ਦੇਖਿਆ ਜੋ ਮੇਰੇ ਕੋ ਹੈ ਮੈਂ ਇਹਦਾ ਹੀ ਬੈਸਟ ਕਰਾਂ, ਔਰ ਉਹ ਬੈਸਟ ਕਰਨ 'ਚ ਲੱਗ ਗਿਆ, ਯਾਨੀ ਬਣਾਉਣ 'ਚ ਲੱਗ ਗਿਆ। ਔਰ ਜਿੱਤਿਆ ਕੌਣ? ਉਹੀ ਜਿਹਨੇ ਨਾ ਲਿਸਟ ਬਣਾਉਣ 'ਚ ਟਾਈਮ ਗਵਾਇਆ, ਨਾ ਸੋਚਣ 'ਚ ਟਾਈਮ ਗਵਾਇਆ। ਉਹ ਕਹਿੰਦਾ ਜੋ ਮੇਰੇ ਕੋ ਹੈ ਮੈਂ ਬੈਸਟ ਕਰਾਂ। ਹੁਣ ਅਸੀਂ ਤੁਹਾਨੂੰ ਵੀ ਕਹਾਂਗੇ, ਤੁਸੀਂ ਵੀ ਇਹਨਾਂ ਤਿੰਨਾਂ 'ਚੋਂ ਇੱਕ ਹੋ ਸਕਦੇ ਹੋ
ਕਿਉਂਕਿ ਕੁਦਰਤ ਸਾਨੂੰ ਜੀਵਨ ਦੇ ਦਿੰਦੀ ਹੈ, ਕੁਦਰਤ ਸਾਨੂੰ ਜਨਮ ਦੇ ਦਿੰਦੀ ਹੈ। ਉੱਥੇ ਸਾਡਾ ਹੱਥ ਨਹੀਂ ਹੈ ਕਿ ਮੈਂ ਆਪਣੀ ਹਾਈਟ ਬੜੀ ਛੋਟੀ ਕਰ ਲਵਾਂ, ਆਪਣੇ ਰੂਪ ਰੰਗ ਨਾਲ ਕੁਝ ਕਰ ਲਵਾਂ, ਜਾਂ ਮੈਂ ਕੁਝ ਹੋਰ ਕਰ ਲਵਾਂ। ਉਹ ਇਹ ਬੰਦੇ ਦੇ ਕੰਟਰੋਲ 'ਚ ਨਹੀਂ ਹੈ। ਇਸ ਲਈ ਦੇ ਦਿੱਤਾ ਕੁਦਰਤ ਨੇ, ਜੋ ਦਿੱਤਾ, ਚਾਹੇ ਘੱਟ ਦਿੱਤਾ ਚਾਹੇ ਵੱਧ ਦਿੱਤਾ। ਹੁਣ ਇਹ ਸਾਡੇ ਤੇ ਇਹ ਹੈ ਕਿ ਚਾਹੇ ਤਾਂ ਸੋਚੀ ਜਾਈਏ ਕਿ ਲੈ ਉਹਨੂੰ ਇੰਨਾ ਮਿਲ ਗਿਆ, ਮੈਨੂੰ ਥੋੜਾ ਮਿਲੇਗਾ ਹੈ, ਮੈਂ ਥੋੜੇ ਜਿਹੇ ਨਾਲ ਕੀ ਕਰਾਂ, ਮੈਂ ਥੋੜੇ ਜਿਹੇ ਨਾਲ ਕੀ ਕਰ ਸਕਦਾ ਹਾਂ। ਅਸੀਂ ਇਹ ਸੋਚਣ 'ਚ ਆਪਣਾ ਸਮਾਂ ਗਵਾ ਸਕਦੇ ਹਾਂ। ਇੱਕ ਦੂਸਰਾ ਹੋ ਕਿ ਜਿਹੜਾ ਕਹਿੰਦਾ ਮੇਰੇ ਕੋ ਆਹ ਕਮੀ ਉਹ ਲਿਸਟ ਬਣਾਉਣਾ ਜੀ ਲੱਗਾ ਰਹਿੰਦਾ, ਮੈਂ ਆ ਵੀ ਲੈ ਲੈਣਾ, ਮੈਨੂੰ ਆ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਮੈਨੂੰ ਆ ਵੀ ਚਾਹੀਦਾ ਹੈ। ਉਹ ਲਿਖਣ 'ਚ ਹੀ ਲੱਗਾ ਰਹਿੰਦਾ ਹੈ, ਉਹ ਸੋਚਾਂ 'ਚ ਹੀ ਲੱਗਾ ਰਹਿੰਦਾ ਹੈ। ਪਰ ਇੱਕ ਤੀਸਰਾ ਹੈ ਜਿਹੜਾ ਕਹਿੰਦਾ ਹੈ ਕਿ ਜੋ ਮੈਨੂੰ ਮੇਰੇ ਰੱਬ ਨੇ ਦਿੱਤਾ ਹੈ ਨਾ, ਹੁਣ ਮੈਂ ਇਹਦਾ ਜੋ बेस्ट कर सकता हाँ वो करके दिखाऊं। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।